ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੈਕਟਿਵ ਦੇ ਮੀਟਿੰਗ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਮੁੱਦਾ ਉਹ 2015 ਦੀ ਜਿਹੜੀ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੀ। ਉਸ ਵੇਲੇ ਭਾਵੇਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ, ਪਰ ਉਹ ਬੜੀ ਮਾੜੀ ਮੰਦਭਾਗੀ ਘਟਨਾ, ਦੁਖਦਾਇਕ ਘਟਨਾ ਸੀ। ਸਰਕਾਰ ਨੇ ਉਹਦਾ ਪਰਚਾ ਦਰਜ ਕੀਤਾ। ਸਿੱਖ ਜਥੇਬੰਦੀਆਂ ਨੇ ਕਿਹਾ ਵੀ ਸਾਨੂੰ ਪੰਜਾਬ ਦੀ ਪੁਲਿਸ ਦੇ ਉੱਤੇ ਯਕੀਨ ਨਹੀਂ, ਇਹਦੀ ਇਨਕੁਆਇਰੀ CBI ਤੋਂ ਕਰਵਾਉਣੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਉਹ CBI ਦੇ ਸਪੁਰਦ ਕੀਤੀ। 2017 ਦੇ ਵਿੱਚ ਫਿਰ ਸਰਕਾਰ ਕਾਂਗਰਸ ਦੀ ਬਣ ਗਈ, ਜਿਨ੍ਹਾਂ ਨੇ ਬਹੁਤ ਛਾਤੀਆਂ ਵਜਾ ਕੇ ਝੂਠੀਆਂ ਸੌਹਾਂ ਖਾ ਕੇ ਲੋਕਾਂ ਨੂੰ ਗਮਰਾਹ ਕਰਕੇ ਇਸ ਮੁੱਦੇ ਨੂੰ ਏਡਾ ਤੋਲ ਦਿੱਤਾ ਕਿ ਉਹ CBI ਤੋਂ ਵਾਪਸ ਲੈ ਕੇ ਫਿਰ ਇੱਕ ਆਪਣੀ ਨਵੀਂ ਜਿਹੜੀ ਉਹ ਸਿੱਟ ਬਣਾ ਦਿੱਤੀ ਗਈ ਔਰ ਉਸ ਸਿੱਟ ਦੇ ਵਿੱਚ 3 ਅਫਸਰ ਨਿਯੁਕਤ ਕੀਤੇ ਗਏ। 2 ਅਫਸਰਾਂ ਨੇ ਕੋਈ ਕਾਰਵਾਈ 'ਚ ਹਿੱਸਾ ਨਹੀਂ ਲਿਆ। ਇੱਕ ਅਫਸਰ ਨੇ ਉਹਦੀ ਸਾਰੀ ਤਫਸੀਲ ਨਾਲ ਇਨਕੁਆਇਰੀ ਕੀਤੀ ਔਰ ਉਹਦੇ ਬਾਬਤ ਇੱਕ ਸਾਡੇ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਸੀ, ਉਹ ਹਾਈ ਕੋਰਟ ਦੇ ਵਿੱਚ ਚਲਿਆ ਗਿਆ ਔਰ ਹਾਈ ਕੋਰਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜੋ ਉਸ ਇਨਕੁਆਇਰੀ ਦਾ ਹਸ਼ਰ ਹੋਇਆ, ਜੋ ਉਹਦੇ ਉੱਤੇ ਟਿੱਪਣੀਆਂ ਮਾਨਯੋਗ ਆਨਰੇਬਲ ਜੱਜ ਹਾਈ ਕੋਰਟ ਵੱਲੋਂ ਕੀਤੀਆਂ ਗਈਆਂ, ਉਹ ਸਾਨੂੰ ਸਾਰਿਆਂ ਨੂੰ ਪਤਾ ਔਰ ਉਹਨਾਂ ਨੇ ਇਹ ਨਿਰਦੇਸ਼ ਕੀਤਾ ਕਿ ਜਿਹੜੀ ਪਹਿਲੀ ਇਨਕੁਆਇਰੀ ਰਿਪੋਰਟ ਸਾਰੀ ਜਿਹੜੀ ਆ ਇਹ ਧੁਰ ਤੋਂ ਜਿਹੜੀ ਖਾਰਜ ਕੀਤੀ ਜਾਂਦੀ ਆ। ਪੰਜਾਬ ਸਰਕਾਰ ਇੱਕ ਨਵੀਂ ਸਿੱਟ ਬਣਾਵੇ, ਉਹ ਇਹਦੀ ਇਨਕੁਆਇਰੀ ਕਰੇ। ਉਸ ਤੋਂ ਬਾਅਦ ਸਰਕਾਰ ਬਦਲ ਜਾਂਦੀ ਆ ਤੇ ਜਿਹੜੀ ਹੁਣ ਦੀ ਮੌਜੂਦਾ ਸਰਕਾਰ ਆ, ਬਗਲਾਂ ਇਹਨੇ ਵੀ ਬਹੁਤ ਵਜਾਈਆਂ ਕਿ ਹੁਣ ਅਸੀਂ ਬਹੁਤ ਛੇਤੀ ਇਹਦਾ ਨਿਆਂ ਕਰ ਦਿਆਂਗੇ ਤੇ ਬੇਅਦਬੀ ਦੇ ਮੁੱਦੇ ਵਾਲੇ ਲੋਕ ਜੇਲ੍ਹਾਂ ਵਿੱਚ ਜਾਣਗੇ। ਇਹਨਾਂ ਨੇ ਨਵੀਂ ਸਿੱਟ ਬਣਾਈ, ਜਿਹਦਾ ਨਤੀਜਾ ਤੁਹਾਡੇ ਸਾਹਮਣੇ ਅੱਜ ਹਫ਼ਤੇ ਤੋਂ ਪਹਿਲਾਂ ਆ ਚੁੱਕਾ ਕਿ ਛੁੱਟ ਸਿਆਸੀ ਰੋਟੀਆਂ ਸੇਕਣ ਤੋਂ ਸਿਵਾ ਅਸਲੀਅਤ ਵੱਲ ਨੂੰ ਕੁਝ ਵੀ ਨਹੀਂ ਤੁਰਿਆ, ਕੁਝ ਵੀ ਨਹੀਂ ਹੋਇਆ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਏਡੇ ਵੱਡੇ ਪੱਧਰ ਤੇ ਭੰਡਿਆ ਗਿਆ ਕਿ ਇਹ ਜਿਹੜੀਆਂ ਕਾਂਗਰਸ ਦੀ ਜਮਾਤ ਜਾਂ ਆਪ ਦੀ ਜਮਾਤ ਆ, ਇਹਨਾਂ ਨੂੰ ਹੁਣ ਸਮੁੱਚੇ ਤੌਰ ਦੇ ਉੱਤੇ ਗੁਰੂ ਪੰਥ ਦੇ ਮੂਹਰੇ ਇਕੱਤਰ ਹੋ ਕੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਨਾ ਚਾਹੀਦਾ ਕਿ ਅਸੀਂ ਉਹ ਝੂਠਾ ਪਿੱਟਦੇ ਰਹੇ ਜਿਨ੍ਹਾਂ ਦਾ ਅੱਜ ਰਿਜ਼ਲਟ ਸਾਡੇ ਸਾਹਮਣੇ। ਅਸਲ ਦੋਸ਼ੀ ਹਾਲੇ ਤੱਕ ਵੀ ਗ੍ਰਿਫਤ 'ਚ ਨਹੀਂ ਆਏ, ਪਕੜ 'ਚ ਨਹੀਂ ਆਏ, ਪਰ ਇਹਦੇ ਉੱਤੇ ਸਿਆਸੀ ਰੋਟੀਆਂ ਜ਼ਰੂਰ ਸੇਕੀਆਂ ਜਾਂਦੀਆਂ ਰਹੀਆਂ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਅੱਜ ਸਮੁੱਚੇ ਤੌਰ ਤੇ ਇਸ ਸਿੱਟੇ ਤੇ ਪਹੁੰਚੀ ਆ ਕਿ ਇਹ ਕਾਰਜ ਦੇ ਵਿੱਚ ਜਿਹੜੇ ਵੀ ਸਿਆਸੀ ਧਿਰਾਂ ਸਿਆਸੀ ਰੋਟੀਆਂ ਸੇਕਦੀਆਂ, ਉਹਨਾਂ ਨੂੰ ਇਹਨਾਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਤੇ ਗੁਰੂ ਪੰਥ ਦੇ ਸਨਮੁਖ ਹੋ ਕੇ 7 ਸਾਲ ਦਾ ਜਿਹੜਾ ਇਹ ਹਿਸਾਬ ਕਿਤਾਬ ਉਹ ਅੱਜ ਸਾਡੇ ਸਾਹਮਣੇ ਜ਼ੀਰੋ ਆ। ਸੋ ਅੱਜ ਦੇ ਵਿੱਚ ਵੱਡਾ ਮੁੱਦਾ ਸਾਡਾ ਇਹ ਸੀ। ਦੂਸਰਾ, ਪਿਛਲੇ ਸਮੇਂ ਦੌਰਾਨ ਸੈਂਟਰ ਵੱਲੋਂ ਇਹ ਜ਼ੋਰ ਲਾਇਆ ਗਿਆ, ਇਹ ਯਤਨ ਕੀਤਾ ਗਿਆ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਵਰਲਡ ਵਾਈਡ ਵੱਡੀ ਯੂਨੀਵਰਸਿਟੀ ਆ, ਜਿਹਦਾ ਦੁਨੀਆ ਪੱਧਰ ਤੇ ਨਾਮ ਆ, ਉਹਨੂੰ ਓਵਰਟੇਕ ਕਰਨ ਦਾ ਵੀ ਜਿਹੜਾ ਉਹ ਯਤਨ ਕੀਤਾ ਗਿਆ, ਉਹਦਾ ਵੀ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਹੋਰ ਜ਼ੋਰ ਸ਼ਬਦਾਂ ਵਿੱਚ ਨਿੰਦਾ ਵੀ ਕਰਦੀ ਆ ਤੇ ਸੈਂਟਰ ਦੀ ਸਰਕਾਰ ਨੂੰ ਇਹ ਤਾੜਨਾ ਵੀ ਕਰਦੀ ਆ ਕਿ ਇਹ ਇੱਕ ਇਤਿਹਾਸਕ ਲਾਹੌਰ ਤੋਂ ਬਾਅਦ ਇੱਥੇ ਟਰਾਂਸਫਰ ਹੋ ਕੇ ਜਿਹੜੀ ਯੂਨੀਵਰਸਿਟੀ ਆਫਟਰ ਪਾਰਟੀਸ਼ਨ ਆਈ ਆ, ਇਹ ਪੰਜਾਬ ਦੀ ਵੱਡੀ ਜਾਇਦਾਦ ਆ। ਇਹਦੇ ਵਿੱਚ ਛੇੜਛਾੜ ਕਿਸੇ ਪੱਖ ਦੀ ਵੀ ਨਾ ਕੀਤੀ ਜਾਵੇ।
क्योंकि लोगों के सेंटीमेंट्स ये वजे हो आ, इस करके ये भी साडा अज का एक मुख मुद्दा सी। तीसरा, पिछले दिनों दौरान मत्तेबाड़ा जंगल जिथे इंडस्ट्री फोकल पॉइंट नहीं लाने का यतन किया, वो जमीन भी एक्वायर कर ली आ, तो जिथे बहुत बड़ा जंगल एक पासे आप कह रहे हैं कि दरख्तों को वड्डो ना, दरख्तों की देखभाल करिए, पर अज इस गल का भी दर्द महसूस किया जा रहा कि जंगलों की रखवाली का की करनी आ, उल्टे जंगल वढ़ के उत्थे इंडस्ट्री जी स्थापित की जा रही है। श्रोमणी गुरुद्वारा प्रबंधक कमेटी ने अज अचेचे तौर पर यह भी फैसला किया कि जिन्नियां भी साड़ियाँ गुरुद्वारा साहिबान नाल जायदादां उन्हां दे विच एक एक एकड़ जिहड़ा आ वो चेचे तौर पर जिहड़ा है वो जंगल लाया जाऊगा, ताकि मौजूदा तौर के उत्ते भी एक जिथे वातावरण की देखभाल होगी, उत्थे नाल दी नाल अज दे लोकां नूं साह लैण की भी समस्या, तो सरकार का यह फैसला जिहड़ा है बहुत निंदणयोग आ। आपां जे जंगल उजाड़ देंगे तो समझना मैं मनुखता का बड़ा बड़ा कतल होगा। दूसरी, एक पिछले समय दौरान कल परसों ही कनेडा की सरकार वालों ये यतन किया गया कि 100 सिक्योरिटी गार्ड जिहड़े साबत सूरत जां उन्हां चों ज़्यादा अमरधारी सी, उन्हां नूं नौकरियां तो उत्थे फायर किया गया। पर मैं अज सवेरे गरेवाल साहब जिहड़े पिछे MLA भी बने आ, तो उत्थे डिप्टी होम मिनिस्टर भी आ, उन्होंने अज सवेरे मेरी आउंदे 7 बजे गल हुई टैलीफोन पर, तो उन्हें कहा भाई ये ज्यों ही मुद्दा मीडिया दे विच गया, 2 घंटिया के विच कनेडियन सरकार ने ये अपना जिहड़ा ये हुक्म सी वो वापस लै लिया, क्योंकि कनेडा दे विच सिखां दा बड़ा बड़ा एक योगदान है। हुण तो नहीं, मैनूं वो भी समा चेता साडे पिंड तो बजुर्ग गए सी जिहड़े भी 1897 तो ही साडे इत्थों दे पंजाबी कनेडा विच स्थापित होए। उदों पैरां नूं बोरियां बन्नियां जांदियां सी, बट्ठणां दे विच पानी तत्ते कीते जांदे सी। 100 साल तो उत्ते दा समा हो गया। इकॉनमी जिहड़ी कनेडा दी आ जां उत्थे इंफ्रास्ट्रक्चर दा ढांचा जिहड़ा उहदे विच एनकरेज की गई, वो सारा साडे बजुर्गों का बड़ा बड़ा योगदान सी। पर मैं फिर भी कनेडियन सरकार तो मंग भी करदा कि इहो जिहे जिहड़े कोझे फैसले जिहदे विच सिखां दा बड़ा बड़ा योगदान रहा, वो इहो जिहे फैसले ना करिया करन, पर उन्हें वापस लै लिया। इस गल का भी मैं वो भावना दी उन्हां दी जिहड़ी आ वो कदर करदा। दूजा, अज आस्ट्रेलिया दे विच 6 भाषा नूं जिहड़ी आ मानता दित्ती गई आ, जिन्हां दे विच एक पंजाबी भी है। तो मैं समझदा भी साडे इस धरती ते आपां उन्ने पंजाबी दे पैरोकार नहीं जिन्ने अज विदेशों की धरती ते पैरोकार हो रहे हैं। इस करके आस्ट्रेलियन सरकार जिहड़ी वो भी बधाई दी पात्र आ, जिन्हां ने पंजाबी की भाषा नूं अपने तौर पर एक 6वीं भाषा वजों मानता दित्ती आ, ਉਹਦਾ भी बहुत बहुत धन्यवाद। पिछले दिनी ਜਿਹੜਾ श्री अकाल तख्त साहब वालों एक आदेश होया सी कि ਜਿਹੜੀਆਂ ਐਪਸ ਆ ਗੁਰਬਾਣੀ ਦੀਆਂ ਲਗਭਗ 21 ਉਹਨਾਂ ਦੇ ਵਿੱਚ ਗੁਰਬਾਣੀ ਦੇ ਸ਼ਬਦ ਜਿਹੜੇ ਉਹਨਾਂ ਦਾ ਵਿੱਚ ਕਿਸੇ ਕੰਨਾ ਹੈ नहीं, किते लाम नहीं, किते दलाम, बहुत सारियां गलतियां। ਉਹ ਸਾਡੀ ਸ਼ਾਬ कमेटी ने बैठ के यह फैसला किया कि उन्होंने सारिया ऐप्स नूं अकाल तख्त साहब वाल नूं लिख के भेजिया कि उन्होंने विच सोध कर लिओ, सारिया दे उत्ते बैन लाया जाए। तो श्रोमणी गुरुद्वारा प्रबंधक कमेटी अपने तौर के उत्ते भी एक ऐप जिहड़ी गुरबाणी इतिहास रहत मर्यादा सारे सिख सिद्धांतां संबंधी जिहड़ी वो प्रस्तुत करके अपनी जिहड़ी आ वो ऐप तैयार करूगी। दूसरा, जिहड़ा ਆਸਟ੍ਰੇਲੀਆ ਦੇ ਵਿੱਚੋਂ ਸਾਨੂੰ एक ਮੰਗ आई सी कि ਸਾਨੂੰ 100 ਸਰੂਪ ਚਾਰਟਰਡ ਫਲਾਈਟ उस जहाज़ राਹੀਂ ਲਿਜਾਣ ਦੀ आग्या ਦਿੱਤੀ ਜਾਵੇ। फिर वो क्योंकि ਵੱਡਾ जहाज़ आ, वो ਕਹਿੰਦੇ ਸਾਨੂੰ 100 ਸਰੂਪ ਹੋਰ ਦੇ ਦਿਓ, 220 ਸਰੂਪ वो लैके जाणगे चार्टर्ड फलाइट थानी
ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਇੱਥੋਂ ਤੁਰ ਕੇ ਜਿੱਥੋਂ ਉਹਨਾਂ ਦਾ ਜਹਾਜ਼ ਜਾ ਕੇ ਏਅਰਪੋਰਟ ਤੋਂ ਤੁਰਨਾ, ਉਹ ਸਾਰੀ ਰਹਿਤ ਮਰਿਆਦਾ ਦੇ ਅਨੁਸਾਰ ਉਹ ਸਾਰੀ ਉਹ ਕਾਰਵਾਈ ਕਰਨਗੇ ਉੱਥੇ ਜਾ ਕੇ। ਔਰ ਦੂਸਰਾ ਜਿਹੜਾ, ਕਿਉਂਕਿ ਲੰਬੇ ਅਰਸੇ ਤੋਂ, ਬਹੁਤ ਲੰਬੇ ਅਰਸੇ ਤੋਂ ਇੱਕ ਸਾਡਾ ਅਧੂਰਾ ਕੱਖ ਪਿਆ ਸੀ ਵੀ ਅਸੀਂ ਇੱਥੇ ਜਿਹੜੇ ਪੁਰਾਣੇ ਵੇਲੇ ਆ, ਜਿਹੜੇ ਵਿਦਵਾਨ ਪੁਰਸ਼ ਹੁੰਦੇ ਸੀ, ਉਹਨਾਂ ਦੀ ਇੱਕ ਅਸੀਂ ਇੱਥੇ ਕਾਨਫਰੰਸ ਕਰਦੇ ਸੀ। ਉਹ ਐਤਕੀ ਹੁਣ ਸਿੱਖ ਰਿਸਰਚ ਬੋਰਡ ਨੂੰ ਅੱਜੇ ਪ੍ਰਵਾਨਗੀ ਦਿੱਤੀ ਆ ਕਿ ਉਹ ਵਿਦਵਾਨਾਂ ਦੀ ਵੱਡੀ ਕਾਨਫਰੰਸ ਵੀ ਕਰਵਾਊਗਾ, ਤਾਂ ਕਿ ਵਡਮੁੱਲੇ ਜਿਨ੍ਹਾਂ ਦੇ ਆਪਣੇ ਸਿੱਖ ਸਿਧਾਂਤਾਂ ਦੇ ਨਾਲ ਬੜੀ ਵੱਡੀ ਸਰੋਕਾਰੀ ਆ, ਉਹ ਸਾਰੇ ਆਪਣੇ ਆਪਣੇ ਜਿਹੜੇ ਵੱਡੇ ਸੁਝਾਅ ਵੀ ਇਹਨਾਂ ਨੂੰ ਪੇਸ਼ ਕਰਨਗੇ। ਔਰ ਗੁਰੂ ਕਾ ਬਾਗ ਦਾ ਮੋਰਚੇ ਦੀ ਜਿਹੜੀ ਸ਼ਤਾਬਦੀ, ਪੰਜਾ ਸਾਹਿਬ ਦੀ ਸ਼ਤਾਬਦੀ ਆ ਰਹੀ ਆ, ਉਹ ਵੀ ਪੂਰੇ ਜ਼ੋਰ ਦੇ ਨਾਲ ਉਹ ਜਿਹੜੀ ਮਨਾਈ ਜਾਊਗੀ। ਤੀਸਰਾ ਜਿਹੜਾ ਸਭ ਤੋਂ ਵੱਡਾ ਅੱਜ ਦਾ ਮੁੱਦਾ ਸੀ, ਭਾਈ ਬਲਵਿੰਦਰ ਸਿੰਘ ਜੀ ਜਟਾਣਾ, ਜਿਨ੍ਹਾਂ ਦਾ ਬੜਾ ਵੱਡਾ ਇੱਕ ਯੋਗਦਾਨ ਰਿਹਾ, ਜਿਹੜਾ ਆਪਾਂ ਅੱਜ ਸ਼ਾਇਦ ਪੰਜਾਬ ਦੀ ਧਰਤੀ 'ਤੇ ਪਾਣੀ ਦੀ ਪੀਣ ਦੀ ਜਾਂ ਫਸਲਾਂ ਨੂੰ ਦੇਣ ਦਾ, ਉਹ ਉਸ ਵੇਲੇ SYL ਦਾ ਬੜਾ ਵੱਡਾ ਮੁੱਦਾ ਸੀ। ਨਹਿਰ ਦੀ ਉਸਾਰੀ ਹੋ ਰਹੀ ਸੀ, ਪੰਜਾਬ ਦੇ ਲੋਕ ਸਾਰੇ ਚਿੰਤਤ ਸੀ ਵੀ ਜੇ ਨਹਿਰ ਬਾਡੀ ਬਣ ਗਈ ਤੇ ਫਿਰ ਪੰਜਾਬ ਦੇ ਲੋਕਾਂ ਦਾ ਕੀ ਬਣੂਗਾ, ਜ਼ਮੀਨਾਂ ਮਾਰੂਥਲ ਦੇ ਰੂਪ ਦੇ ਵਿੱਚ ਬਦਲ ਜਾਣਗੀਆਂ। ਔਰ ਉਹਨਾਂ ਦਾ ਯਤਨ, ਉਸ ਯਤਨ ਦੇ ਸਦਕਾ ਮੈਂ ਸਮਝਦਾ ਉਹ ਨਹਿਰ ਦੀ ਜਿਹੜੀ ਉਸਾਰਨਾ ਸੀ ਆਪਣੇ ਤੌਰ ਦੇ ਉੱਤੇ, ਉਹ ਜਿਸ ਢੰਗ ਨਾਲ ਵੀ ਉਹਨਾਂ ਨੇ ਉਹ ਕਾਰਵਾਈ ਕੀਤੀ, ਉਹ ਸਾਡੀ ਨਹਿਰ ਅੱਜ ਮਾਰੂਥਲ ਪੰਜਾਬ ਦੀ ਧਰਤੀ ਬਣ ਤੋਂ ਰੁਕ ਗਈ ਆ। ਸੋ ਭਾਈ ਬਲਵਿੰਦਰ ਸਿੰਘ ਜੀ ਜਟਾਣਾ, ਉਹਨਾਂ ਦਾ ਵੱਡਾ ਯੋਗਦਾਨ, ਉਹਨਾਂ ਦੀ ਕੇਂਦਰੀ ਅਜਾਇਬ ਘਰ ਦੇ ਵਿੱਚ ਜਿਹੜੀ ਉਹ ਫੋਟੋ ਸੁਸ਼ੋਭਿਤ ਕੀਤੀ ਜਾਊਗੀ। ਦੂਸਰੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਜਿਹੜੇ ਸਾਡੇ ਜੂਨੀਅਰ ਮੀਤ ਪ੍ਰਧਾਨ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਪਿਛਲੇ ਸਮੇਂ 'ਚ ਸਾਨੂੰ ਉਹ ਵਿਛੋੜਾ ਦੇ ਗਏ, ਉਹਨਾਂ ਦੀ ਫੋਟੋ ਵੀ ਉੱਥੇ ਸੁਸ਼ੋਭਿਤ ਕੀਤੀ ਜਾਊਗੀ। ਇੱਕ ਸਰਦਾਰ ਹਰਿੰਦਰ ਸਿੰਘ ਜੀ ਰਣੀਆਂ, ਜਿਨ੍ਹਾਂ ਦੀ ਘਰੋਂ ਬੀਬੀ ਜੀ ਹੁਣ ਮੈਂਬਰ ਆ, ਪਹਿਲਾਂ ਉਹ ਆਪ ਮੈਂਬਰ ਸੀਗੇ, ਉਹ ਵੀ ਸਾਡੇ ਵਿੱਚੋਂ ਵਿਛੜ ਗਏ, ਉਹਨਾਂ ਦਾ ਵੀ ਜਿਹੜਾ ਤਸਵੀਰ ਆ ਉੱਥੇ ਸੁਸ਼ੋਭਿਤ ਕੀਤੀ ਜਾਊਗੀ। ਸੋ ਲਾ ਪਾ ਕੇ ਅਚੇਚੇ ਤੌਰ ਦੇ ਉੱਤੇ ਅੱਜ ਦੀ ਮੀਟਿੰਗ ਦੇ ਵਿੱਚ ਸਾਰਿਆਂ ਨੇ ਸਰਬਸੰਮਤੀ ਨਾਲ, ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਸਾਰੇ ਸੁਝਾਅ ਹੁੰਦੇ ਆ, ਪਰ ਸਭ ਤੋਂ ਅਹਿਮ ਜਿਹੜਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਦਾ। ਤੇ ਮੈਂ ਇਹਨਾਂ ਦੀ ਘੋਰ ਨਿੰਦਾ ਵੀ ਕਰਦਾ ਕਿ ਪਹਿਲਾਂ ਕਾਂਗਰਸ ਨੇ 5 ਸਾਲ ਰੋਟੀਆਂ ਸੇਕੀਆਂ, 2 ਸਾਲ ਰੋਟੀਆਂ, ਹੁਣ ਇਹਨਾਂ ਨੇ 3 ਮਹੀਨੇ ਹੋ ਗਏ ਰੋਟੀਆਂ ਸੇਕੀਆਂ, ਤੇ ਉਹਨਾਂ ਦੇ ਵਿੱਚੋਂ ਨਿਕਲਿਆ ਕੁਝ ਨਹੀਂ। ਤੇ ਅੱਜ ਕੋਈ ਜਥੇਬੰਦੀਆਂ ਵੀ ਬਿਆਨ ਦੇ ਰਹੀਆਂ ਕਿ ਜੀ ਪਹਿਲਾਂ ਕਾਂਗਰਸ ਨਾਲ ਭਾਈਵਾਲ ਸੀ ਤੇ ਹੁਣ ਆਪ ਨਾ ਹੋਵੇ, ਤੇ ਜਿਹੜੇ ਨਿਕਲੇ ਕੁਛ ਨਾ, ਫਿਰ ਇਦਾਂ ਦੇ ਸ਼ੋਸ਼ੇ ਨਹੀਂ ਛੱਡਣੇ ਚਾਹੀਦੇ। ਇਹ ਇੱਕ ਅਹਿਮ ਮੁੱਦਾ ਸੀਗਾ, ਇਹਦੇ ਉੱਤੇ ਆਪਾਂ ਜਿਹੜੀ ਮੇਰਾ ਖਿਆਲ ਆ ਸਿਆਸਤ ਸਾਨੂੰ ਨਹੀਂ ਕਰਨੀ ਚਾਹੀਦੀ। ਔਰ ਇਹ ਪਹਿਲਾਂ ਹਾਈ ਕੋਰਟ ਦੇ ਜੱਜ ਸਾਹਿਬ ਆਨਰੇਬਲ ਸਰਦਾਰ ਰਣਜੀਤ ਸਿੰਘ ਜੀ, ਉਹਨਾਂ ਨੇ ਵੀ ਰਿਪੋਰਟ ਦਿੱਤੀ ਸੀ। ਸੋ ਮੇਰਾ ਕਹਿਣ ਤੋਂ ਭਾਵ ਕਿ 7 ਸਾਲ ਦੇ ਵਿੱਚ ਕਰੈਕਟਰ ਅਸੈਸੀਨੇਸ਼ਨ ਉਸ ਜਥੇਬੰਦੀ ਦੀ ਕੀਤੀ ਗਈ ਕਿ ਜਿਸ ਜਥੇਬੰਦੀ ਦੇ ਵਿੱਚ ਇਸ ਪੰਜਾਬ ਦੀ ਧਰਤੀ ਦੇ ਵਿੱਚ 100 ਸਾਲ ਤੋਂ ਪਹਿਲਾਂ ਜਿਹਨੇ ਮਨੁੱਖੀ ਹੱਕਾਂ ਹਕੂਕਾਂ ਲਈ, ਪੰਜਾਬ ਦੇ ਹੱਕਾਂ ਲਈ ਔਰ ਪੰਜਾਬੀ ਸੂਬੇ ਮੋਰਚੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਪਾਇਆ। ਸੋ ਉਸ ਤੋਂ ਇਲਾਵਾ ਸਾਡੇ ਐਜੂਕੇਸ਼ਨ ਅਦਾਰੇ, ਜਿਨ੍ਹਾਂ ਬਾਬਤ ਅਸੀਂ ਪਿਛਲੀ ਵਾਰੀ ਦੱਸਿਆ ਵੀ ਸੀ ਵੀ 25 ਕਰੋੜ ਰੁਪਈਆ ਉਹਨਾਂ ਨੂੰ ਜਿਹੜਾ ਮਾਰਚ 22 ਤੱਕ ਦਿੱਤਾ। ਹੁਣ ਸਾਡੇ 2 ਟਰਸਟ ਜਿਹੜੇ, ਇੱਕ ਬਾਬਾ ਬੰਦਾ ਸਿੰਘ ਬਹਾਦਰ, ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਨਾਂ ਨੂੰ ਵੀ ਯੂਨੀਵਰਸਿਟੀ ਨੂੰ 5 ਕਰੋੜ ਰੁਪਏ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੂੰ 5 ਕਰੋੜ ਰੁਪਏ, ਤੇ 1.5 ਕਰੋੜ ਰੁਪਈਆ ਜਿਹੜਾ ਸਾਡਾ ਪੋਲੀਟੈਕਨਿਕ ਕਾਲਜ ਆ ਬਾਬਾ ਬੰਦਾ ਸਿੰਘ ਬਹਾਦਰ, ਉਹਨੂੰ ਦਿੱਤਾ ਜਾ ਰਿਹਾ। ਤੇ ਪਿੱਛੇ ਮੇਰੇ ਧਿਆਨ ਵਿੱਚ ਵੀ ਆਈ, ਇੱਕ ਮੈਨੂੰ ਚਿੱਠੀ ਵੀ ਲਿਖੀ ਕਿ ਸਾਨੂੰ ਦੱਸਿਆ ਜਾਵੇ ਕਿ ਟਰਸਟਾਂ ਦੀਆਂ ਜਿਹੜੀਆਂ ਜਾਇਦਾਦਾਂ ਕਿਹਦੀਆਂ ਆ,
ਇਹ ਜਿਹੜੇ ਟਰਸਟ ਸਾਰੇ ਆ, ਇਹ ਜਿੱਦਾਂ ਹੁਣ ਬੱਲੇ ਵਾਲਾ ਟਰਸਟ ਆ, ਉਹ ਸਾਨੂੰ ਜ਼ਮੀਨ ਕੁਝ ਡੋਨੇਟ ਕੀਤੀ ਸਾਡੇ ਆਪਣੇ ਉੱਥੋਂ ਦੀ ਪੰਚਾਇਤ ਨੇ। ਇੱਦਾਂ ਹੀ ਸਾਨੂੰ ਨਨਕਾਣਾ ਸਾਹਿਬ ਟਰਸਟ ਦੀ ਕੁਝ ਜ਼ਮੀਨ ਨਹੀਂ, ਪੂਰੀ ਦੀ ਪੂਰੀ ਜ਼ਮੀਨ ਭੇਟ ਕੀਤੀ ਉਹ ਗਿੱਲ ਪਿੰਡ ਨੇ। ਉਹਦੇ ਵਿੱਚ ਅਸੀਂ ਟਰਸਟੀ ਕੁਝ ਉਹਨਾਂ ਦੇ ਰੱਖਦੇ ਹਾਂ। ਬਾਕੀ ਚੇਚੇ ਤੌਰ 'ਤੇ ਗੁਰੂ ਰਾਮਦਾਸ ਇਸ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਨਹੀਂ ਟਰਸਟੀ ਉਹਨਾਂ ਦਾ, ਪਰ ਉਹਨਾਂ ਨਾਲ ਬੈਠ ਕੇ ਕੁਝ ਬੱਚੇ ਜਿਹੜੇ ਉਹਨਾਂ ਦੇ ਆਉਂਦੇ ਉਹਨਾਂ ਨੂੰ ਰਿਲੈਕਸੇਸ਼ਨ ਦੇ ਦਿੰਦੇ ਆ। ਇਹ ਸਮੁੱਚਾ ਪ੍ਰਬੰਧ ਚਾਹੇ ਬਾਲ ਸਿੱਖ ਯੂਨੀਵਰਸਿਟੀ ਆ, ਚਾਹੇ ਬਾਬਾ ਬੰਦਾ ਸਿੰਘ ਬਹਾਦਰ ਟਰਸਟ ਆ, ਇਹ ਸਾਰੀਆਂ ਜਾਇਦਾਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ। ਇਹਨਾਂ ਦੀ ਜਿੰਨੀ ਵੀ ਆਮਦਨ ਹੁੰਦੀ ਆ, ਇਹਨਾਂ ਦਾ ਖਰਚ ਹੁੰਦਾ, ਬਕਾਇਦਾ ਉਹਨਾਂ ਦਾ ਬਜਟ ਬਣਦਾ। ਔਰ ਉਹਨਾਂ ਦੇ ਵਿੱਚ ਮੈਂ ਸਮਝਦਾ ਐਕੂਰੇਸੀ ਦੀ ਬਹੁਤ, ਜਿੱਦਾਂ ਆਪਾਂ ਚਾਰਟਰਡ ਅਕਾਊਂਟੈਂਟ ਜਾਂ ਸਾਡੇ ਸੀਏ ਹੁੰਦੇ ਆ, ਆਡਿਟ ਕਰਦੇ ਆ, ਉਹ ਸਾਲ ਦੀ ਸਾਲ ਬਕਾਇਦਾ ਉਹਨਾਂ ਦਾ ਜਿਹੜਾ ਬਣਦਾ, ਬਕਾਇਦਾ ਬਜਟ ਬਣਦਾ, ਬਕਾਇਦਾ ਉਹਨਾਂ ਦਾ ਸਾਰਾ ਖਰਚ ਬਣਦਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵਿੱਚ ਟਰਸਟੀ, ਉਹ ਟਰਸਟੀ ਹੁੰਦੇ ਸਾਡੇ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ। ਸੋ ਇਹ ਸਾਰੀਆਂ ਜਿਹੜੀਆਂ ਜਾਇਦਾਦਾਂ ਤੇ ਸਾਰੇ ਟਰਸਟ ਆ, ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀ ਆ। ਸੋ ਤੁਹਾਡਾ ਵੀ ਸਾਰਿਆਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ, ਬੰਦੀ ਸਿੱਖਾਂ ਨੂੰ ਲੈ ਕੇ ਜਿਹੜੀ ਸਬ ਕਮੇਟੀ ਬਣਾਈ ਸੀ, ਉਹਦੀ ਅਗਲੀ ਮੀਟਿੰਗ ਕਦੋਂ ਕਰਨ ਜਾ ਰਹੀ ਹੈ? ਕਿਉਂਕਿ ਪਹਿਲਾਂ ਆ ਗਈ ਇਲੈਕਸ਼ਨ, ਜਿਹੜੀ ਆਪਣੇ ਸੰਗਰੂਰ ਦੀ ਬਾਈ ਇਲੈਕਸ਼ਨ ਆਉਣ ਕਰਕੇ ਹੁਣ ਅਸੀਂ ਅੱਜ ਵੀ ਇੱਥੇ ਬੈਠ ਕੇ ਵਿਚਾਰਿਆ, ਕਿਉਂਕਿ ਅੱਜ ਤਾਂ ਅੰਤਰਿਕ ਕਮੇਟੀ ਦੀ ਮੀਟਿੰਗ ਸੀਗੀ। 1-2 ਦਿਨਾਂ ਦੇ ਵਿੱਚ ਇਹ ਕਰਕੇ ਸਾਰੇ ਮੈਂਬਰ ਸਾਹਿਬਾਨ ਜਿਹੜੇ ਉਹਦੇ ਮੈਂਬਰ ਆ ਉਹਨਾਂ ਨੂੰ ਸੱਦਾਂਗੇ, ਕਲੈਕਟਿਵਲੀ ਫਿਰ ਬੈਠ ਕੇ ਸਾਰਾ ਉਹਦਾ ਫੈਸਲਾ ਲਵਾਂਗੇ ਵੀ ਅਗਲਾ ਕੋਰਸ ਕੀ ਆ, ਫਰਦਰ ਕੋਰਸ ਆਫ ਐਕਸ਼ਨ ਕੀ ਹੋਊਗਾ। ਉਹ ਇਹ ਸਵਾਲ ਤੁਸੀਂ ਮਾਨ ਸਾਹਿਬ ਨੂੰ ਕਰੋ, ਕਿਉਂਕਿ ਚਲੋ ਉਹਨਾਂ ਨੂੰ ਮੁਬਾਰਕ ਆ। ਅਸੀਂ ਤਾਂ ਸਾਂਝੇ ਤੌਰ ਤੇ ਅੱਜ ਵੀ ਸਤਿਕਾਰ ਕਰਦੇ ਹਾਂ, ਗਾਹ ਵੀ ਸਤਿਕਾਰ ਕਰੀ ਜਾਣਾ। ਸੱਦਾ ਜ਼ਰੂਰ ਭੇਜਾਂਗੇ ਜੀ। ਮੇਰਾ ਇੱਕ ਸਵਾਲ ਹੈ ਜੀ ਪ੍ਰਧਾਨ ਸਾਹਿਬ, ਇਤਿਹਾਸ ਦੇ ਵਿੱਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਈ ਹੈ ਮੈਂਬਰ ਪਾਰਲੀਮੈਂਟ ਦੀ। ਇਹ ਸਵਾਲ ਤੁਸੀਂ ਕਾਰਨ ਕੀ ਹੈ? ਤੁਸੀਂ ਵੀ ਰਿਟਾਇਰ ਹੋ, ਤੁਸੀਂ ਵੀ ਅਕਾਲੀ ਦਲ ਦੇ ਸ਼ਹੀਦ ਹੋ, ਤੁਸੀਂ ਮੈਨੂੰ ਕਹੋ ਸਵਾਲ ਦਾ ਜਵਾਬ। ਮੇਰੀ ਬੇਨਤੀ ਹੈ, ਕੀ ਕਮੀਆਂ ਰਹਿ ਗਈਆਂ ਅਕਾਲੀ ਦਲ ਜਿਹੜੀਆਂ ਦੂਰ ਕਰਨੀਆਂ ਚਾਹੀਦੀਆਂ? ਇਹ ਉਹਨਾਂ ਨੇ ਆਪਣੀ ਕਮੇਟੀ ਬਣਾਈ ਆ। ਮੇਰਾ ਖਿਆਲ ਹੁਣ ਆਉਂਦੇ ਦਿਨਾਂ ਦੇ ਵਿੱਚ ਉਹਦੀ ਮੀਟਿੰਗ ਹੋਣੀ ਆ। ਐਟ ਦਿਸ ਸਟੇਜ ਜਿਹੜਾ ਮੇਰਾ ਕਮੈਂਟ ਕਰਨਾ ਨਹੀਂ ਬਣਦਾ, ਕਿਉਂਕਿ ਉਹਨਾਂ ਨੇ ਕਮੇਟੀ ਬਣਾਈ ਹੋਆ 14 ਮੈਂਬਰੀ। ਉਹ ਕਮੇਟੀ 1-2 ਦਿਨਾਂ ਦੇ ਵਿੱਚ ਕੋਈ ਆਪਣਾ ਦੇ ਦੇਊਗੀ ਲਿਖ ਕੇ, ਫਿਰ ਉਹ ਤੋਂ ਬਾਅਦ ਉਹ ਤੇ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ। ਉਹ 328 ਸਰੂਪਾਂ ਦੀ ਕਮੇਟੀ ਆਪਣੇ ਰਘੂਜੀਤ ਸਿੰਘ ਬਿਰਕ ਦੀ ਕਮਾਂਡ 'ਚ ਬਣਾਈ ਆ। ਇਹ 328 ਸਰੂਪਾਂ ਨੂੰ ਪਹਿਲਾਂ ਇੰਟਰਪ੍ਰੀਟੇਸ਼ਨ ਇਸ ਢੰਗ ਨਾਲ ਨਾ ਕਰੋ। ਉਹ ਜਿਹੜੀ ਕਮੇਟੀ ਆ ਉਹ ਬਣਾਈ ਆ ਜਿਹੜੇ ਸਾਡੇ EMPLOYE ਜਿਹੜੇ ਅਸੀਂ ਡਿਸਮਿਸ ਕੀਤੇ ਆ ਜਾਂ ਜਿਹੜੇ ਸਸਪੈਂਡ ਕੀਤੇ ਆ, ਕਿਉਂਕਿ 328 ਸਰੂਪਾਂ ਦੀ ਜੋ ਵੀ ਰਿਪੋਰਟ ਸੀ ਉਹ ਡਾਕਟਰ ਈਸਰ ਸਿੰਘ ਨੇ ਦੇ ਦਿੱਤੀ ਸੀ। ਇਹ ਜਿਹੜੀ ਕਮੇਟੀ ਆ ਉਹ ਸਰੂਪਾਂ ਦੀ ਘੋਖ ਨਹੀਂ ਕਰ ਰਹੀ। ਇਹ ਕਮੇਟੀ ਜਿੱਦਾਂ ਸਰਦਾਰ ਮਨਜੀਤ ਸਿੰਘ ਸਕੱਤਰ, ਨਿਸ਼ਾਨ ਸਿੰਘ ਮੀਤ ਸਕੱਤਰ ਆ, ਸਤਿੰਦਰ ਸਿੰਘ ਮੀਤ ਸਕੱਤਰ ਆ, ਉਹਨਾਂ ਨੂੰ ਬਹਾਲ ਕਰਨ, ਉਹਨਾਂ ਨੂੰ ਕੀ ਕਰਨਾ, ਇਹ ਕਮੇਟੀ ਉਸ ਬਾਬਤ ਆ। ਨਹੀਂ, ਤੁਸੀਂ ਇੰਨੇ ਸਾਲ ਹੋ ਗਏ ਬੰਦੀ ਕੋਲ ਜਿਹੜੇ ਲੀਡਰ ਨੇ ਜਾਂ ਕੋਈ ਸੈਂਟਰ ਵਾਲਾ ਗੱਲ ਨਹੀਂ ਸੁਣਦਾ, ਤੁਸੀਂ ਵੀਡੀਓ ਪਾਸ ਕਰ ਦਿਓ, ਬਿਆਨ ਦੇ ਕਰ ਦਿਓ, ਉਹਦਾ ਇੰਪੈਕਟ ਕੀ ਹੈ? ਨਹੀਂ, ਕੋਈ ਬਿਆਨ ਦੀ ਨਹੀਂ। ਹੁਣ ਅਸੀਂ ਬੈਠ ਕੇ ਮੀਟਿੰਗ ਕਰਾਂਗੇ, ਬੈਠ ਕੇ ਜੋ ਮੈਂਬਰੀ 11 ਮੈਂਬਰੀ ਕਮੇਟੀ ਫੈਸਲਾ ਕਰੂਗੀ ਉਹਦੇ ਉੱਤੇ ਫੁੱਲ ਚਾੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।